ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਭਗਤਾਂ ਦੀ ਬਾਣੀ ਦੇ ਹੁਕਮਨਾਮਾ ਸਾਹਿਬ ਦੇ ਮੰਗਲਾਚਾਰ ਸਰਵਣ ਕਰਦੇ ਹਾਂ ਵੀ ਕਿਸ ਤਰ੍ਹਾਂ ਪੜ੍ਹਨੇ ਹੁੰਦੇ ਹਨ। ਇਸ ਤੋਂ ਪਹਿਲਾਂ ਆਪਾਂ ਗੁਰੂ ਸਾਹਿਬਾਨ, ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਮੰਗਲਾਚਾਰ ਸਰਵਣ ਕੀਤੇ ਹਨ ਪਹਿਲੇ ਪਾਰਟ ਦੇ ਵਿੱਚ, ਜਿਸ ਨੂੰ ਸੰਗਤਾਂ ਨੇ ਬਹੁਤ ਸਲਾਹਿਆ ਹੈ, ਬਹੁਤ ਬੜਾਵਾ ਦਿੱਤਾ ਹੈ, ਬੜਾ ਦਾਸ ਨੂੰ ਉਤਸ਼ਾਹ ਦਿੱਤਾ ਹੈ। ਸੋ ਆਪ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ। ਸੋ ਆਪ ਜੀ ਦੀ ਪ੍ਰੇਰਨਾ ਦੇ ਨਾਲ ਹੀ ਹੁਣ ਆਪਾਂ ਜੋ ਗੁਰਬਾਣੀ ਦੇ ਵਿੱਚ ਭਗਤਾਂ ਦੇ ਨਾਮ ਦੇ ਹੁਕਮਨਾਮਾ ਸਾਹਿਬ ਆਉਂਦੇ, ਜਿਵੇਂ ਕਬੀਰ ਜੀ ਦਾ ਹੁਕਮਨਾਮਾ ਸਾਹਿਬ ਆਉਂਦਾ, ਸੋਠ ਧਨਾਸਰੀ, ਨਾਮਦੇਵ ਜੀ ਦਾ ਹੁਕਮਨਾਮਾ ਸਾਹਿਬ ਆਉਂਦਾ, ਰਵਿਦਾਸ ਜੀ ਦਾ ਹੁਕਮਨਾਮਾ ਸਾਹਿਬ ਆਉਂਦਾ, ਭਗਤ ਭੀਖਣ ਜੀ ਦੇ 2 ਸ਼ਬਦ ਹਨ, ਉਹ ਹੁਕਮਨਾਮੇ ਦੇ ਵਿੱਚ ਹੀ ਆ ਜਾਂਦੇ ਆ, ਉਹਨਾਂ ਅੰਗਾਂ ਦੇ ਵਿੱਚ ਹੀ ਆ। ਸੋ ਉਹ ਵੀ ਲੈਂਦੇ ਹਾਂ ਆਪਾਂ। ਸੋ ਕਿਸੇ ਵੀ ਭਗਤ ਜੀ ਦਾ ਹੁਕਮਨਾਮਾ ਸਾਹਿਬ ਜਦੋਂ ਆਉਂਦਾ ਅਤੇ ਉਸ ਤੋਂ ਪਹਿਲਾਂ ਉਹਨਾਂ ਦਾ ਮੰਗਲ ਕਰਨਾ, ਉਹਨਾਂ ਦੇ ਨਾਮ ਦਾ ਮੰਗਲਾਚਾਰ ਪੜ੍ਹਨਾ ਅਤੀ ਜ਼ਰੂਰੀ ਆ। ਸੋ ਅੱਜ ਦੇ ਪਾਰਟ ਦੇ ਵਿੱਚ ਆਪਾਂ ਭਗਤਾਂ ਦੀ ਬਾਣੀ ਦੇ ਹੁਕਮਨਾਮਾ ਸਾਹਿਬ ਦੇ ਮੰਗਲਾਚਾਰ ਸਰਵਣ ਕਰਾਂਗੇ, ਸਿੱਖਾਂਗੇ। ਸੋ ਗੁਰਬਾਣੀ ਦੇ ਵਿੱਚ ਮਰਜ਼ਾਦਾ ਮੰਗਲ ਹੁੰਦਾ। ਮਰਜ਼ਾਦਾ ਮੰਗਲ ਕਿਸ ਨੂੰ ਕਹਿੰਦੇ ਸਿੱਖੀ ਦੇ ਵਿੱਚ, ਜਾਂ ਉਂਝ ਆਮ ਸ਼ਬਦਾਂ ਦੇ ਵਿੱਚ ਮਰਜ਼ਾਦਾ ਮੰਗਲ। ਸੋ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਮੋਡੈਸਟੀ, ਇਨਵੋਕੇਸ਼ਨ, ਡਿਗਨਿਟੀ ਮਤਲਬ ਗਰੀਮਾ। ਸੋ ਗਰੀਮਾ ਹੀ ਮਰਜ਼ਾਦਾ ਹੁੰਦੀ ਹੈ, ਸੰਸਕ੍ਰਿਤੀ ਦਾ ਸ਼ਬਦ ਹੈ ਗਰੀਮਾ। ਸੋ ਗਰੀਮਾ ਦਾ ਮਤਲਬ ਮਰਜ਼ਾਦਾ, ਡਿਗਨਿਟੀ ਦਾ ਮਤਲਬ ਮਰਜ਼ਾਦਾ, ਸੀਮਾ। ਸੋ ਹੋ ਗਿਆ ਮੋਡੈਸਟੀ, ਇਨਵੋਕੇਸ਼ਨ ਮਤਲਬ ਮਰਜ਼ਾਦਾ ਮੰਗਲ। ਸੋ ਅੱਜ ਆਪਾਂ ਭਗਤਾਂ ਦੀ ਬਾਣੀ ਦੇ ਹੁਕਮਨਾਮਾ ਸਾਹਿਬ ਦੇ ਮੰਗਲਾਚਾਰ ਸਰਵਣ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਮੰਗਲ ਕਿਸ ਨੂੰ ਕਹਿੰਦੇ ਹਨ, ਜਾਂ ਮਰਜ਼ਾਦਾ ਮੰਗਲ ਕਿਸ ਨੂੰ ਕਹਿੰਦੇ ਹਨ, ਕਿੰਨੀ ਪ੍ਰਕਾਰ ਦੇ ਹੁੰਦੇ ਹਨ, ਅਤੇ ਜ਼ਿਆਦਾਤਰ ਇਹ ਕਿਹਨਾਂ ਵਾਸਤੇ ਗਾਏ ਜਾਂਦੇ ਹਨ ਸ਼ੁਰੂ ਤੋਂ। ਸੋ ਮਰਜ਼ਾਦਾ ਮੰਗਲ ਦਾ ਅਰਥ ਹੈ ਗੁਰੂ ਜੀ ਦੇ ਸਾਹਮਣੇ ਪ੍ਰੇਮ ਅਤੇ ਸ਼ਰਧਾ ਨਾਲ ਨਮਸਕਾਰ ਕਰਨੀ। ਗੁਰੂ ਜੀ ਦੇ ਸਾਹਮਣੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਨਮਸਕਾਰ ਕਰਨੀ, ਇਹੀ ਮਰਜ਼ਾਦਾ ਮੰਗਲ ਹੈ। ਜਿਵੇਂ ਪ੍ਰੇਮ ਅਤੇ ਸਮਝਦਾਰੀ ਨਾਲ ਗੁਰੂ ਜੀ ਕੋਲੋਂ ਆਪਣੀਆਂ ਲੋੜਾਂ ਦੀ ਅਤੇ ਸ਼ੁਭ ਗੁਣਾਂ ਦੀ ਮੰਗ ਮੰਗਣੀ। ਗੁਰੂ ਜੀ ਨੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਜਾਣ ਕੇ ਉਸ ਦੇ ਭੈ ਵਿੱਚ ਰਹਿ ਕੇ ਆਪਣੇ ਆਪ ਨੂੰ ਅਡੋਲ ਰੱਖਣ ਦੀ ਵਾਹਿਗੁਰੂ ਅੱਗੇ ਬੇਨਤੀ ਕਰਨੀ। ਇਹੋ ਹੀ ਮਰਜ਼ਾਦਾ ਮੰਗਲ ਹੁੰਦੇ ਵੀ ਜਦੋਂ ਅਸੀਂ ਗੁਰੂ ਜੀ ਦੇ ਕੋਲੇ ਜਾਣਾ, ਉਸ ਨੂੰ ਨਮਸਕਾਰ ਕਰਨੀ ਹੈ ਸ਼ਰਧਾ ਦੇ ਨਾਲ। ਆਪਣੀਆਂ ਮੰਗਾਂ, ਆਪਣੀਆਂ ਜ਼ਰੂਰਤਾਂ ਸਤਿਗੁਰੂ ਜੀ ਕੋਲੋਂ ਕਿਸ ਤਰੀਕੇ ਨਾਲ ਸਤਿਗੁਰੂ ਜੀ ਦੇ ਸਾਹਮਣੇ ਰੱਖਣੀਆਂ ਹਨ। ਗੁਰੂ ਜੀ ਨੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਜਾਣ ਕੇ ਬੇਨਤੀ ਕਰਨੀ ਹੈ ਅਤੇ ਆਪਣੇ ਆਪ ਨੂੰ ਅਡੋਲ ਰੱਖਣ ਦੀ, ਰੱਖਿਆ ਕਰਨ ਦੀ ਵਾਹਿਗੁਰੂ ਅੱਗੇ ਬੇਨਤੀ ਕਰਨੀ ਹੈ। ਇਹਨੂੰ ਮਰਜ਼ਾਦਾ ਮੰਗਲ ਕਹਿੰਦੇ ਆ। ਧਾਰਮਿਕ ਗ੍ਰੰਥਾਂ ਦੇ ਵਿਦਵਾਨਾਂ ਨੇ 3 ਤਰ੍ਹਾਂ ਦੇ ਮੰਗਲ ਮੰਨੇ ਹਨ ਅਤੇ ਲਿਖੇ ਹਨ। ਮੰਗਲ ਦਾ ਮਤਲਬ ਹੁੰਦਾ ਹੈ ਗੁਰੂ ਦੀ ਵਡਿਆਈ ਕਰਨੀ, ਗੁਰੂ ਦਾ ਜਸ ਕਰਨਾ, ਗੁਰੂ ਵਾਸਤੇ ਆਪਣੀ ਖੁਸ਼ੀ ਪ੍ਰਗਟ ਕਰਨੀ, ਉਸ ਨੂੰ ਮੰਗਲ ਕਹਿੰਦੇ। ਜਿਵੇਂ ਗੁਰਬਾਣੀ ਵਿੱਚ ਸ਼ਬਦ ਆਉਂਦਾ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਹਰ ਮੰਗਲ ਗਾਓ ਸਖੀ। ਇਸ ਤਰ੍ਹਾਂ ਦੇ ਸ਼ਬਦ ਆਉਂਦੇ ਆ। ਮੰਗਲ ਦਾ ਮਤਲਬ ਗੁਰੂ ਵਾਸਤੇ ਆਪਣੀ ਖੁਸ਼ੀ ਪ੍ਰਗਟ ਕਰਨੀ। ਸੋ ਜੋ ਖੁਸ਼ੀ ਦੇ ਨਾਲ ਅੰਦਰੋਂ ਸ਼ਬਦ ਨਿਕਲਦੇ ਆ ਸਾਡੇ ਅੰਦਰੋਂ ਗੁਰੂ ਦੀ ਖੁਸ਼ੀ ਵਾਸਤੇ, ਗੁਰੂ ਦੇ ਆਉਣ ਦੀ ਖੁਸ਼ੀ ਦੇ ਵਿੱਚ, ਗੁਰੂ ਜੀ ਦੇ ਦਰਸ਼ਨ ਕਰਨ ਦੀ ਖੁਸ਼ੀ ਵਿੱਚ ਜੋ ਸਾਡੇ ਅੰਦਰੋਂ ਸ਼ਬਦ ਨਿਕਲਦੇ, ਬੋਲ ਨਿਕਲਦੇ ਆ, ਉਸ ਨੂੰ ਮੰਗਲ ਕਹਿੰਦੇ ਆ। ਹਿੰਦੂ ਮਤ ਦੇ ਵਿੱਚ ਜੋ ਮੰਗਲ ਹਨ ਉਹ ਜ਼ਿਆਦਾਤਰ 2 ਹੀ ਦੇਵਤਿਆਂ ਦੇ ਗਾਏ ਜਾਂਦੇ ਆ। ਭਾਰਤ ਦੇਸ਼ ਵਿੱਚ 2 ਮੰਗਲਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਹਿਲਾ ਮੰਗਲ ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਜੀ ਦਾ,
ਦੂਜਾ ਮੰਗਲ ਬੁੱਧੀ ਦੀ ਦੇਵੀ ਸਰਸਵਤੀ ਦਾ। ਜੋ ਗਣੇਸ਼ ਦਾ ਮੰਗਲ ਕਰਦੇ ਹਨ ਉਹ ਵਪਾਰ ਵਣਜ ਵਪਾਰ ਦੀ ਸ਼ੁਰੂਆਤ ਕਰਨ ਵੇਲੇ ਜਾਂ ਕਿਸੇ ਮਕਾਨ ਦੀ ਸ਼ੁਰੂਆਤ ਕਰਨ ਵੇਲੇ ਕੀਤਾ ਜਾਂਦਾ ਹੈ। ਗਣੇਸ਼ ਦਾ ਮੰਗਲ ਕਿਸੇ ਵਪਾਰ ਨੂੰ ਸ਼ੁਰੂ ਕਰਨ ਵੇਲੇ ਜਾਂ ਕਿਸੇ ਮਕਾਨ ਦੀ ਸ਼ੁਰੂਆਤ, ਮਕਾਨ ਬਣਾਉਣ ਦੀ ਸ਼ੁਰੂਆਤ ਕਰਨ ਵੇਲੇ ਕੀਤਾ ਜਾਂਦਾ ਹੈ। ਮਕਾਨ ਦਾ ਮਹੂਰਤ ਹੈ, ਦੁਕਾਨ ਦਾ ਮਹੂਰਤ ਹੈ, ਤਾਂ ਮਨੁੱਖ ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਦਾ ਹੈ ਅਤੇ ਬਹੁਤ ਧਨ ਅਤੇ ਸੁੱਖ ਪ੍ਰਾਪਤ ਕਰਨ ਲਈ ਗਣੇਸ਼ ਦੇ ਮੰਗਲ ਗਾਉਂਦਾ ਹੈ। ਹਰ ਕੰਮ ਦੇ ਵਿੱਚ ਉਸ ਨੂੰ ਸਿੱਧੀ ਪ੍ਰਾਪਤ ਹੋਵੇ, ਨਵਾਂ ਬਣਿਆ ਮਕਾਨ ਉਸ ਨੂੰ ਸਿੱਧਾ ਪਵੇ, ਭਾਵ ਫਲਦਾਇਕ ਹੋਵੇ, ਇਸ ਲਈ ਮਨੁੱਖ ਸ਼੍ਰੀ ਗਣੇਸ਼ ਦੇ ਮੰਗਲ ਗਾਉਂਦਾ ਹੈ। ਦੂਜਾ ਮੰਗਲ ਭਾਰਤ ਵਰਸ਼ ਦੇ ਵਿੱਚ ਹਿੰਦੂ ਮਤ ਦੇ ਵਿੱਚ ਸਰਸਵਤੀ ਦਾ ਗਾਇਆ ਜਾਂਦਾ ਹੈ। ਉਹ ਇਸ ਕਰਕੇ ਗਾਇਆ ਜਾਂਦਾ ਕਿ ਮਨੁੱਖ ਦੀ ਜ਼ੁਬਾਨ ਵਿੱਚ ਸ਼ਕਤੀ ਆ ਜਾਵੇ, ਉਸ ਦੀ ਜ਼ੁਬਾਨ ਵਿੱਚ ਵਰਸਰਾਪ ਦੇਣ ਦੀ ਸ਼ਕਤੀ ਆ ਜਾਵੇ ਅਤੇ ਉਸ ਦੇ ਬੋਲ ਪੂਰੇ ਹੋਣ ਲੱਗ ਜਾਣ। ਇਸ ਲਈ ਮਨੁੱਖ ਸਰਸਵਤੀ ਦੇਵੀ ਦੇ ਮੰਗਲ ਗਾਉਂਦਾ ਹੈ। ਮਨੁੱਖ ਦੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਸ ਦੇ ਬੋਲਾਂ ਨੂੰ ਹਜ਼ਾਰਾਂ ਲੋਕ ਇਕੱਠੇ ਹੋ ਕੇ ਸੁਣਨ ਅਤੇ ਉਸ ਦੀ ਹਰ ਗੱਲ ਮੰਨਣ। ਇਹ ਇੱਕ ਵਧੀਆ ਗਾਉਣ ਵਾਲਾ ਜਾਂ ਕਥਾਵਾਚਕ ਬਣ ਜਾਏ, ਇਸ ਲਈ ਮਨੁੱਖ ਸਰਸਵਤੀ ਦੇ ਮੰਗਲ ਗਾਉਂਦਾ ਹੈ। ਮਤਲਬ ਜਿਹੜੇ ਸਰਸਵਤੀ ਦੇ ਮੰਗਲ ਹੈ ਉਹ ਜਾਂ ਤਾਂ ਵਿਦਵਾਨ ਪੁਰਸ਼ ਗਾਉਂਦੇ ਆ, ਜੋ ਕਥਾਵਾਚਕ, ਕਥਾ ਕਰਨ ਵਾਲੇ, ਗਿਆਨ ਕਰਨ ਵਾਲੇ, ਹਿੰਦੂ ਮਤ ਦੇ ਵਿੱਚ ਗਾਉਣ ਵਾਲੇ ਗਾਉਂਦੇ ਹਨ ਕਿ ਉਹਨਾਂ ਦੀ ਆਵਾਜ਼ ਸੁਰੀਲੀ ਹੋਵੇ, ਰਸ ਵਾਲੀ ਹੋਵੇ, ਲੋਕ ਸੁਣਨ, ਉਹਨਾਂ ਦੀ ਵਾਹ ਵਾਹ ਕਰਨ। ਕਥਾਵਾਚਕ ਕਹਿੰਦੇ ਸਾਡੇ ਬੋਲਾਂ ਦੇ ਵਿੱਚ ਇੱਕ ਤਾਕਤ ਆ ਜਾਵੇ, ਲੋਕਾਂ ਨੂੰ ਅਸੀਂ ਪ੍ਰੇਰਿਤ ਕਰ ਸਕੀਏ। ਜਾਂ ਫਿਰ ਜਿਹੜੇ ਸ਼ਕਤੀਆਂ ਵਕਤੀਆਂ ਨੂੰ ਪ੍ਰਾਪਤ ਕਰਨ ਵਾਸਤੇ ਬੰਦਗੀ ਕਰਦੇ ਆ ਜਾਂ ਤਪ ਕਰਦੇ, ਤਪੱਸਿਆ ਕਰਦੇ ਆ, ਉਹ ਵੀ ਸਰਸਵਤੀ ਦਾ ਮੰਗਲ ਗਾਉਂਦੇ ਆ ਕਿ ਉਹਨਾਂ ਦੇ ਬੋਲਾਂ ਦੇ ਵਿੱਚ ਸ਼ਕਤੀ ਆ ਜਾਵੇ ਸਰਸਵਤੀ ਦੀ ਤਾਕਤ ਨਾਲ ਤੇ ਸਾਡੇ ਵਰਸਰਾਪ ਪੂਰੇ ਹੋਣ ਲੱਗ ਜਾਣ। ਇਸ ਤਰ੍ਹਾਂ ਜਿਸ ਤਰ੍ਹਾਂ ਹੋਰ ਵਿਦਵਾਨ ਪੁਰਸ਼, ਵਕੀਲ, ਡਾਕਟਰ ਵਗੈਰਾ, ਇਹ ਲੋਕ ਵੀ ਸਰਸਵਤੀ ਦੇ ਮੰਗਲ ਗਾਉਂਦੇ ਆ ਕਿ ਉਹਨਾਂ ਦੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਹਨਾਂ ਦੇ ਬੋਲਾਂ ਨੂੰ ਹਜ਼ਾਰਾਂ ਲੋਕ ਇਕੱਠੇ ਹੋ ਕੇ ਸੁਣਨ ਅਤੇ ਉਸ ਦੀ ਹਰ ਗੱਲ ਮੰਨਣ। ਉਹ ਇੱਕ ਵਧੀਆ ਗਾਉਣ ਵਾਲਾ ਜਾਂ ਕਥਾਵਾਚਕ ਬਣ ਜਾਏ। ਧਨ ਦੀ ਪ੍ਰਾਪਤੀ ਵਾਸਤੇ ਉਸ ਦੀ ਜ਼ੁਬਾਨ ਵਿੱਚ ਮਿਠਾਸ ਆ ਜਾਵੇ, ਧਨ ਇਕੱਠਾ ਕਰਨ ਵਾਸਤੇ ਉਹ ਮਿੱਠੇ ਬੋਲਾਂ ਨਾਲ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ ਲੋਕਾਂ ਨੂੰ ਠੱਗ ਸਕੇ। ਮਨੁੱਖ ਸੋਚਦਾ ਮੇਰੇ ਹਰ ਬੋਲ ਹਰ ਮਨੁੱਖ ਨੂੰ ਪ੍ਰਭਾਵਿਤ ਕਰਨ, ਇਸ ਲਈ ਮਨੁੱਖ ਸਰਸਵਤੀ ਦੇ ਮੰਗਲ ਗਾਉਂਦਾ ਹੈ। ਮਤਲਬ ਕਿ ਮੁੱਕਦੀ ਗੱਲ, ਮਨੁੱਖ ਨੂੰ ਸਿੱਧੀ ਅਤੇ ਬੁੱਧੀ ਚਾਹੀਦੀ ਹੈ, ਰੱਬ ਨਹੀਂ ਚਾਹੀਦਾ ਮਨੁੱਖ ਨੂੰ। ਸੋ ਬਹੁਤੇ ਮੰਗਲ ਗਣੇਸ਼ ਜੀ ਤੇ ਸਰਸਵਤੀ ਦੇ ਗਾਏ ਜਾਂਦੇ ਇਸ ਕਰਕੇ ਕਿ ਮਨੁੱਖ ਨੂੰ ਸਿੱਧੀ ਤੇ ਬੁੱਧੀ ਚਾਹੀਦੀ ਹੈ। ਸਿੱਧੀ ਵਾਸਤੇ ਗਣੇਸ਼ ਦੀ ਪੂਜਾ ਤੇ ਬੁੱਧੀ ਵਾਸਤੇ ਸਰਸਵਤੀ ਦੀ ਪੂਜਾ। ਭਾਰਤ ਦੇਸ਼ ਵਿੱਚ ਸਭ ਤੋਂ ਜ਼ਿਆਦਾ ਸ੍ਰੀ ਗਣੇਸ਼ ਜੀ ਦੇ ਅਤੇ ਸਰਸਵਤੀ ਦੇ ਹੀ ਮੰਗਲ ਗਾਏ ਜਾਂਦੇ ਹਨ। ਭਾਵੇਂ ਭਾਰਤ ਦੇਸ਼ ਵਿੱਚ ਹੋਰ ਬਹੁਤ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਪਰ ਗਣੇਸ਼ ਤੇ ਸਰਸਵਤੀ ਤੋਂ ਜ਼ਿਆਦਾ ਨਹੀਂ। ਇਸ ਲਈ ਭਾਰਤ ਵਿੱਚ ਆਦਿ ਕਾਲ ਤੋਂ ਹੀ ਦੋ ਮੰਗਲਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਹੁਣ ਆਪਾਂ ਗੁਰਮਤ ਦੀ ਗੱਲ ਕਰੀਏ, ਜਦੋਂ ਭਾਰਤ ਵਰਸ਼ ਹਜ਼ਾਰਾਂ ਸਾਲ ਤੋਂ ਇਹਨਾਂ ਮੰਗਲਾਂ ਨੂੰ, ਇਹਨਾਂ ਮਰਜ਼ਾਦਾ ਨੂੰ ਜਾਂ ਹੋਰ ਮਰਜ਼ਾਦਾ ਨੂੰ ਗਾਉਂਦਾ ਤੁਰਿਆ ਆ ਰਿਹਾ ਜਾਂ ਨਿਭਾਉਂਦਾ ਤੁਰਿਆ ਆ ਰਿਹਾ, ਤਾਂ ਫਿਰ ਕਲਯੁਗ ਦੇ ਵਿੱਚ ਗੁਰਮਤ ਦਾ ਜ਼ਮਾਨਾ ਆਇਆ। ਜਦੋਂ ਗੁਰਮਤ ਦਾ ਸਮਾਂ ਆਇਆ, ਸਿੱਖੀ ਦਾ ਜ਼ਮਾਨਾ ਆਇਆ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੰਸਾਰ ਦੇ ਸਾਰੇ ਜੀਵਾਂ ਨੂੰ ਸੁੱਖ ਅਤੇ ਰਿੱਧੀਆਂ ਸਿੱਧੀਆਂ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਓਅੰਕਾਰ ਦਾ ਆਵਾਜ਼ਾ ਦਿੱਤਾ।
ਉਹਨਾਂ ਨੇ ਆਖਿਆ ਬਸ ਇੱਕ ਹੀ ਇੱਕ ਹੈ, ਹੋਰ ਦੂਜਾ ਕੋਈ ਨਹੀਂ। ਸਭ ਰਿੱਧੀਆਂ ਸਿੱਧੀਆਂ ਉਸ ਤੋਂ ਹੀ ਆਉਂਦੀਆਂ ਹਨ। ਜਿਵੇਂ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਭਾਈ ਮਤ ਕੋਈ ਜਾਣਹੁ, ਕਿਸੀ ਕੈ ਕਿਛ ਹਾਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰਿ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ। ਇਸ ਦਾ ਮਤਲਬ ਹੈ, ਹੇ ਭਾਈ ਤੁਸੀਂ ਇਹ ਮਤ ਸਮਝੋ ਕਿ ਕਿਸੇ ਦੂਸਰੇ ਪੁਰਸ਼ ਦੇ ਹੱਥ ਵਿੱਚ ਕੁਛ ਹੈ ਤੇ ਅਸੀਂ ਸਾਰੇ ਉਸੇ ਦਾ ਹੀ ਕਰਾਇਆ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਬੁਢੇਪਾ, ਜਵਾਨੀ, ਤਾਪ, ਬੁਖਾਰ, ਬਿਮਾਰੀ, ਸਿਰਤ ਦਾ ਅਰਥ ਅੱਧਾ ਸਿਰ ਵੀ ਕਹਿ ਸਕਦੇ ਹਾਂ ਆਪਾਂ, ਜਾਂ ਸਰਾਪ ਵੀ ਅਰਥ ਕਰ ਸਕਦੇ ਹਾਂ। ਅੱਧਾ ਸਿਰ ਦੁਖਣਾ, ਸਰਾਪ ਲੱਗਣਾ ਜਾਂ ਸੱਪ ਨੇ ਕੱਟ ਲੈਣਾ ਆਦਿਕ, ਇਹ ਸਭ ਹਰੀ ਵਾਹਿਗੁਰੂ ਦੇ ਅਧੀਨ ਹੀ ਹੈ। ਕੋਈ ਵੀ ਬਿਮਾਰੀ ਤੇ ਦੁੱਖ, ਜਵਾਨੀ ਤੇ ਬੁਢੇਪਾ ਹਰੀ ਵਾਹਿਗੁਰੂ ਦੇ ਲਾਏ ਤੋਂ ਬਿਨਾਂ ਨਹੀਂ ਲੱਗ ਸਕਦਾ। ਫਿਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਦੋਂ ਸਿੱਖੀ ਦੀ ਪਰੰਪਰਾਗਤ ਮਰਜ਼ਾਦਾ ਦੀ ਗੱਲ ਚੱਲੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ, ਮੈਂ ਨਾ ਗਨੇਸਹਿ ਪਿਰਥਮ ਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਕਿਉਂਕਿ ਹਿੰਦੂ ਮਤ ਦੇ ਵਿੱਚ, ਪ੍ਰਾਚੀਨ ਭਾਰਤ ਦੇ ਵਿੱਚ, ਭਾਰਤ ਵਰਸ਼ ਦੇ ਲੋਕ ਸਭ ਤੋਂ ਪਹਿਲਾਂ ਹਰ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 24 ਅਵਤਾਰ ਬਾਣੀ ਦੇ ਵਿੱਚ ਬਚਨ ਕਰਦੇ ਹਨ ਕਿ ਮੈਂ ਨਾ ਗਣੇਸ਼ ਹੀ ਪਿਰਥਮ ਨਾਉ। ਪਿਰਥਮ ਦਾ ਮਤਲਬ ਪਹਿਲਾਂ। ਸੋ ਗੁਰੂ ਜੀ ਕਹਿੰਦੇ ਕਿ ਮੈਂ ਲੋਕਾਂ ਵਾਂਗ ਹਰ ਕੰਮ ਦੇ ਸ਼ੁਰੂ ਵਿੱਚ ਗਣੇਸ਼ ਦੇ ਮੰਗਲ ਨਹੀਂ ਗਾਉਂਦਾ ਅਤੇ ਨਾ ਹੀ ਕ੍ਰਿਸ਼ਨ ਜਾਂ ਵਿਸ਼ਨੂੰ ਦੀ ਆਰਾਧਨਾ ਕਰਦਾ ਹਾਂ। ਇਹਨਾਂ ਦੇ ਨਾਮ ਮੈਂ ਕੰਨਾਂ ਨਾਲ ਸੁਣੇ ਜ਼ਰੂਰ ਹਨ, ਪਰ ਮੇਰੀ ਸੁਰਤ ਕਰਤੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਸੋ ਗੁਰਮਤਿ ਦੇ ਮੰਗਲ ਆਪਦੇ ਹਨ। ਜੋ ਵਿਦਵਾਨ ਪੁਰਸ਼ਾਂ ਨੇ ਮੰਗਲਾਂ ਦੀ ਰਚਨਾ ਕੀਤੀ ਹੈ ਜਾਂ ਮੰਨੇ ਹਨ, ਉਹ 3 ਪ੍ਰਕਾਰ ਦੇ ਮੰਗਲ ਮੰਨੇ ਆ। ਨਮਸਕਾਰ ਮੰਗਲ, ਵਸਤੂ ਨਿਰਦੇਸ਼ ਮੰਗਲ, ਆਸ਼ੀਰਵਾਦ ਮੰਗਲ। 3 ਪ੍ਰਕਾਰ ਦੇ ਮੰਗਲ ਵਿਦਵਾਨ ਪੁਰਸ਼ਾਂ ਨੇ ਮੰਨੇ ਹਨ। ਨਮਸਕਾਰ ਆਤਮਕ ਮੰਗਲ, ਮਤਲਬ ਕਿ ਨਮਸਕਾਰ ਆਤਮ ਮੰਗਲ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਮੰਤਰ ਦਾ ਉਚਾਰਨ ਕਰਕੇ, ਹੱਥ ਜੋੜ ਕੇ ਜਾਂ ਡੰਡੇ ਵਾਂਗ ਲੰਮੇ ਪੈ ਕੇ ਆਪਣੇ ਗੁਰੂ ਨੂੰ, ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕੀਤੀ ਜਾਵੇ। ਉਸ ਨੂੰ ਕਹਿੰਦੇ ਨਮਸਕਾਰ ਮੰਗਲ ਜਾਂ ਨਮਸਕਾਰ ਆਤਮਕ ਮੰਗਲ। ਦੂਜਾ ਹੈ ਵਸਤੂ ਨਿਰਦੇਸ਼ ਆਤਮਕ ਮੰਗਲ। ਵਸਤੂ ਨਿਰਦੇਸ਼ ਮੰਗਲ ਉਸ ਨੂੰ ਆਖਦੇ ਹਨ ਜਿਸ ਵਿੱਚ ਕਿਸੇ ਸ਼ਲੋਕ ਜਾਂ ਮੰਤਰ ਨੂੰ ਪੜ੍ਹਿਆ ਜਾਵੇ ਅਤੇ ਉਸ ਸ਼ਲੋਕ ਵਿੱਚ ਗੁਰੂ ਇਸ਼ਟ ਦੇਵ ਦੇ ਗੁਣ ਦੱਸੇ ਹੋਣ, ਜਿਸ ਵਿੱਚ ਆਪਣੇ ਗੁਰੂ ਦੀ ਵਡਿਆਈ ਕਰਕੇ ਉਸ ਦੇ ਗੁਣਾਂ ਦਾ ਵਰਣਨ ਕੀਤਾ ਜਾਵੇ ਜਾਂ ਕਿਸੇ ਵਸਤੂ ਦੇ ਗੁਣ ਦੱਸੇ ਹੋਣ, ਉਸ ਨੂੰ ਕਹਿੰਦੇ ਹਨ ਆਤਮਕ ਨਿਰਦੇਸ਼ ਮੰਗਲ ਜਾਂ ਵਸਤੂ ਨਿਰਦੇਸ਼ ਮੰਗਲ। ਦੂਜਾ ਵਸਤੂ ਨਿਰਦੇਸ਼ ਮੰਗਲ। ਐਂਡ ਤੀਜਾ ਆਸ਼ੀਰਵਾਦ ਮੰਗਲ। ਆਸ਼ੀਰਵਾਦ ਮੰਗਲ ਉਸ ਨੂੰ ਆਖਦੇ ਹਨ ਜਿਸ ਵਿੱਚ ਕਿਸੇ ਮੰਤਰ ਨੂੰ ਪੜ੍ਹ ਕੇ ਆਪਣੇ ਗੁਰੂ ਕੋਲੋਂ ਆਪਣੇ ਕਾਰਜ ਦੀ ਸਿੱਧੀ ਵਾਸਤੇ, ਆਪਣੀ ਇੱਛਾ ਪੂਰਤੀ ਵਾਸਤੇ ਆਸ਼ੀਰਵਾਦ ਮੰਗੀ ਜਾਵੇ। ਇਹ ਤੀਜਾ ਮੰਗਲ ਆਸ਼ੀਰਵਾਦ ਆਤਮਕ ਮੰਗਲ ਜਾਂ ਆਸ਼ੀਰਵਾਦ ਮੰਗਲ ਕਹਿ ਸਕਦੇ ਇਸ ਨੂੰ। ਇਹ 3 ਮੰਗਲ ਵੇਦਾਂ ਤੇ ਵਿਦਵਾਨਾਂ ਦੀ ਮਤ ਅਨੁਸਾਰ ਹਨ। ਇਹਨਾਂ 3 ਮੰਗਲਾਂ ਨੂੰ ਗੁਰਮਤਿ ਦੇ ਅਨੁਸਾਰ ਇਸ ਪ੍ਰਕਾਰ ਮੰਨਿਆ ਜਾਂਦਾ ਹੈ।
ਉਹਨਾਂ ਦੇ ਤਿੰਨਾਂ ਮੰਗਲਾਂ ਦੇ ਵਿੱਚ ਬਹੁਤ ਸਾਰੇ ਸ਼ਲੋਕਾਂ ਦਾ ਜਾਪ ਕੀਤਾ ਜਾਂਦਾ ਹੈ। ਆਸ਼ੀਰਵਾਦ ਲੈਣ ਵਾਸਤੇ ਬਹੁਤ ਸਾਰੇ ਸ਼ਲੋਕ ਪੜ੍ਹੇ ਜਾਂਦੇ ਸੰਸਕ੍ਰਿਤ ਦੇ। ਵਸਤੂ ਨਿਰਦੇਸ਼ ਮੰਗਲ ਪੜ੍ਹਨ ਵਾਸਤੇ ਬੜੇ ਸ਼ਲੋਕ ਪੜ੍ਹੇ ਜਾਂਦੇ ਆ। ਨਮਸਕਾਰ ਕਰਨ ਵਾਸਤੇ ਬਹੁਤ ਮੰਤਰ ਸ਼ਲੋਕ ਪੜ੍ਹੇ ਜਾਂਦੇ ਹਨ। ਪਰ ਗੁਰਮਤ ਇਹਨਾਂ ਤਿੰਨਾਂ ਮੰਗਲਾਂ ਨੂੰ ਇਸ ਪ੍ਰਕਾਰ ਲੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਤਿੰਨੇ ਮੰਗਲ ਇੱਕੋ ਥਾਂ ਉੱਤੇ ਅਤੇ ਇੱਕੋ ਸ਼ਲੋਕ ਵਿੱਚ ਇਕੱਠੇ ਕਰ ਦਿੱਤੇ ਆ, ਤਾਂ ਕਿ ਮਨੁੱਖ ਮੰਤਰਾਂ ਤੇ ਸਿਮਰਤੀਆਂ ਤੋਂ ਮੁਕਤ ਹੋ ਜਾਵੇ। ਪ੍ਰੇਮ ਤੇ ਸ਼ਰਧਾ ਨਾਲ ਆਪਣੇ ਗੁਰੂ ਅੱਗੇ ਨਿਸੰਗ ਹੋ ਕੇ ਬੇਨਤੀ ਕਰ ਸਕੇ। ਮੰਤਰ ਤੇ ਸਿਮਰਤੀਆਂ ਸ਼ਬਦਾਂ ਦੀ ਚਤੁਰਾਈ ਹੈ, ਜਿਸ ਵਿੱਚ ਸ਼ਰਧਾ ਭਾਵਨਾ ਦਾ ਅਹਿਸਾਸ ਘੱਟ ਹੁੰਦਾ ਹੈ, ਚਤੁਰਾਈ ਜ਼ਿਆਦਾ ਹੁੰਦੀ ਹੈ, ਬੋਲ ਜ਼ਿਆਦਾ ਹੁੰਦੇ, ਮਤਲਬ ਬੋਲਣਾ ਕੁਛ ਅੰਦਰੋਂ ਬੋਲਣਾ ਭਾਵਨਾ ਦੇ ਨਾਲ। ਉਹ ਭਾਵੇਂ ਥੋੜ੍ਹੇ ਸ਼ਬਦ ਬੋਲੇ ਜਾਣ, ਪਰ ਜਦੋਂ ਬਹੁਤ ਸਾਰੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਦੇ ਵਿੱਚ ਸ਼ਬਦਾਂ ਦੀ ਚਤੁਰਾਈ ਆ ਜਾਂਦੀ, ਯਾਨੀ ਕਿ ਬੋਲਣਾ ਹੀ ਬੋਲਣਾ, ਅੰਦਰੋਂ ਕੁਛ ਨਹੀਂ ਹੋ ਰਿਹਾ। ਆਮ ਮਨੁੱਖਾਂ ਨੂੰ ਮੰਤਰ ਵਗੈਰਾ ਨਹੀਂ ਪੜ੍ਹਨੇ ਆਉਂਦੇ, ਅਤੇ ਜਿਸ ਕਰਕੇ ਉਹ ਸੋਚਦੇ ਹਨ ਕਿ ਰੱਬ ਕੋਲੋਂ ਮੰਗ ਮੰਗਣ ਦਾ ਹੱਕ ਤਾਂ ਸਿਰਫ ਮੰਤਰ ਪੜ੍ਹਨ ਵਾਲਿਆਂ ਬ੍ਰਾਹਮਣਾਂ ਜਾਂ ਗਿਆਨੀਆਂ ਨੂੰ ਹੀ ਹੈ। ਇਸ ਕਰਕੇ ਆਮ ਲੋਕ ਰੱਬ ਦਾ ਪਿਆਰ ਪਾਉਣ ਵਾਸਤੇ ਵੇਦ ਮੰਤਰ ਪੜ੍ਹਨ ਵਾਲਿਆਂ ਪਿੱਛੇ ਚੱਕਰ ਕੱਢਦੇ ਰਹਿੰਦੇ ਹਨ। ਜੋ ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ, ਗੁਰਮਤਿ ਵਿੱਚ ਇਹੀ ਮਰਜ਼ਾਦਾ ਮੰਗਲ ਹੈ। ਜੋ ਸ਼ਲੋਕ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਉਹ ਆਪਾਂ ਅੱਗੇ ਪੜ੍ਹਾਂਗੇ। ਗੁਰਮਤਿ ਵਿੱਚ ਇਹੀ ਮਰਜ਼ਾਦਾ ਮੰਗਲ ਹੈ, ਅਤੇ ਆਮ ਕਰਕੇ ਰਾਗੀ, ਢਾਡੀ, ਕਥਾਵਾਚਕ ਅਤੇ ਪਾਠੀ ਇਸ ਨੂੰ ਹਰ ਥਾਂ ਉੱਤੇ ਹਰ ਵੇਲੇ ਪੜ੍ਹਦੇ ਹੀ ਰਹਿੰਦੇ ਹਨ। ਭਾਵੇਂ ਅਸੀਂ ਇਸ ਸ਼ਲੋਕ ਨੂੰ ਜਾਣੇ ਅਣਜਾਣੇ ਵਿੱਚ ਹੀ ਪੜ੍ਹਦੇ ਹਾਂ, ਪਰ ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪੈਰੋਕਾਰ ਬਣ ਜਾਂਦੇ ਹਾਂ ਅਤੇ ਗੁਰਬਾਣੀ ਦੇ ਅਸਰ ਰਸੂਖ ਵਾਲੇ ਬਣ ਜਾਂਦੇ ਹਾਂ। ਇਹ ਸ਼ਲੋਕ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ: ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹਨਾਂ ਦੋ ਪੰਗਤੀਆਂ ਵਿੱਚ ਗੁਰੂ ਜੀ ਨੇ ਤਿੰਨੇ ਮੰਗਲ ਇਕੱਠੇ ਕਰ ਦਿੱਤੇ: ਨਮਸਕਾਰ ਮੰਗਲ, ਵਸਤੂ ਨਿਰਦੇਸ਼ ਮੰਗਲ, ਆਸ਼ੀਰਵਾਦ ਮੰਗਲ। ਇਹਨਾਂ ਦੋਵਾਂ ਪੰਗਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਕੱਠੇ ਕਰ ਦਿੱਤੇ। ਪਰ ਆਪਾਂ ਕਈ ਵਾਰੀ ਇਸ ਤਰ੍ਹਾਂ ਹੀ ਪੜ੍ਹਦੇ ਹਾਂ। ਕਈਆਂ ਸਿੰਘਾਂ ਪਾਸੋਂ ਸੁਣਿਆ, ਕਈ ਸਿੰਘ ਪੜ੍ਹਦੇ ਹੀ ਇਸ ਤਰ੍ਹਾਂ ਕਿ ਡੰਡੌਤ ਬੰਦਨਾ ਅਨਕ ਬਾਰ। ਬਹੁਤਿਆਂ ਕੋਲੋਂ ਸੁਣਿਆ ਡੰਡੌਤ ਬੰਦਨਾ ਅਨਕ ਬਾਰ। ਨੰਨੇ ਨੂੰ ਕੰਨਾ ਆਪਣੇ ਕੋਲੋਂ ਹੀ ਲਾ ਲੈਂਦੇ ਕਈ ਸਿੰਘ। ਸੋ ਉੱਥੇ ਬੰਦਨ ਲਿਖਿਆ ਹੋਇਆ, ਬੰਦਨਾ ਨਹੀਂ ਲਿਖਿਆ ਹੋਇਆ। ਡੰਡੌਤ ਬੰਦਨ ਅਨਕ ਬਾਰ ਇਸ ਤਰ੍ਹਾਂ ਲਿਖਿਆ ਹੋਇਆ। ਅਸੀਂ ਪੜ੍ਹਦੇ ਡੰਡੌਤ ਬੰਦਨਾ ਅਨਕ ਬਾਰ, ਇਸ ਤਰ੍ਹਾਂ ਪੜ੍ਹ ਦਿੰਦੇ ਹਾਂ ਕਈ ਵਾਰ, ਪਰ ਬੰਦਨਾ ਨਹੀਂ ਪੜ੍ਹਨਾ, ਬੰਦਨ ਲਿਖਿਆ ਹੋਇਆ, ਬੰਦਨ ਪੜ੍ਹਾਂਗੇ। ਸੋ ਹੁਣ ਆਪਾਂ ਦੋ ਪੰਗਤੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਤਿੰਨੇ ਮੰਗਲ ਕਿਵੇਂ ਇਕੱਠੇ ਕੀਤੇ, ਇਸ ਦੀ ਜਾਣਕਾਰੀ ਪ੍ਰਾਪਤ ਕਰੀਏ। ਡੰਡੌਤ ਬੰਦਨ ਅਨਕ ਬਾਰ, ਇਹ ਪਹਿਲਾ ਮੰਗਲ ਜਿਸ ਨੂੰ ਕਹਿੰਦੇ ਨਮਸਕਾਰ ਮੰਗਲ। ਡੰਡੌਤ ਬੰਦਨ ਅਨਕ ਬਾਰ। ਸੋ ਇਸ ਦਾ ਅਰਥ ਕੀ ਹੈ? ਇਸ ਅੱਧੀ ਪੰਗਤੀ ਦੇ ਵਿੱਚ ਨਮਸਕਾਰ ਮੰਗਲ ਆ ਗਿਆ ਕਿ ਹੇ ਵਾਹਿਗੁਰੂ, ਤੈਨੂੰ ਮੇਰੀ ਨਮਸਕਾਰ ਹੈ। ਡੰਡੌਤ ਬੰਦਨ ਅਨਕ ਬਾਰ। ਡੰਡੌਤ ਦਾ ਮਤਲਬ ਲੰਮੇ ਪੈ ਕੇ ਜਾਂ ਨਮਸਕਾਰ ਕਰਨੀ, ਜਾਂ ਲੰਮੇ ਪੈ ਕੇ ਨਮਸਕਾਰ ਕਰਨੀ, ਬੰਦਨਾ ਕਰਨੀ, ਬੇਨਤੀ ਕਰਨੀ। ਸੋ ਇਸ ਅੱਧੀ ਪੰਗਤੀ ਦੇ ਵਿੱਚ ਪਹਿਲਾ ਮੰਗਲ ਆ ਗਿਆ ਨਮਸਕਾਰ ਮੰਗਲ ਕਿ ਹੇ ਵਾਹਿਗੁਰੂ, ਤੈਨੂੰ ਮੇਰੀ ਨਮਸਕਾਰ ਹੈ। ਦੂਜੀ ਅੱਧੀ ਪੰਗਤੀ ਵਿੱਚ ਸਰਬ ਕਲਾ ਸਮਰੱਥ। ਇਸ ਅੱਧੀ ਪੰਗਤੀ ਦੇ ਵਿੱਚ ਵਸਤੂ ਨਿਰਦੇਸ਼ ਮੰਗਲ ਆ ਗਿਆ। ਸਰਬ ਕਲਾ ਸਮਰੱਥ, ਆਪਾਂ ਜਿਵੇਂ ਪਿੱਛੇ ਸੁਣਿਆ ਸੀ ਕਿ
ਵਸਤੂ ਨਿਰਦੇਸ਼ ਮੰਗਲ ਦਾ ਮਤਲਬ ਹੁੰਦਾ ਕਿ ਗੁਰੂ ਜੀ ਨੂੰ, ਆਪਣੇ ਗੁਰੂ ਇਸ਼ਟ ਦੇਵ ਨੂੰ ਸਰਬ ਸ਼ਕਤੀਮਾਨ ਜਾਣ ਕੇ, ਸਾਰੀਆਂ ਸ਼ਕਤੀਆਂ ਦਾ ਮਾਲਕ ਜਾਣ ਕੇ ਬੇਨਤੀ ਕਰਨੀ, ਸਭ ਤੋਂ ਵੱਡਾ ਜਾਣ ਕੇ ਬੇਨਤੀ ਕਰਨੀ। ਇਹ ਦੂਜੇ ਮੰਗਲ, ਵਸਤੂ ਨਿਰਦੇਸ਼ ਮੰਗਲ ਵਿੱਚ। ਹੁਣ ਗੁਰੂ ਜੀ ਨੇ ਇਸ ਅਗਦੀ ਪੰਕਤੀ ਦੇ ਵਿੱਚ ਦੂਜਾ ਮੰਗਲ ਕਹਿ ਦਿੱਤਾ, ਸਰਬ ਕਲਾ ਸਮਰੱਥ, ਮਤਲਬ ਜਿਸ ਵਿੱਚ ਵਾਹਿਗੁਰੂ ਜੀ ਦੀ ਅਪਾਰ ਸ਼ਕਤੀ ਦੇ ਤੇ ਗੁਣਾਂ ਦੀ ਗੱਲ ਕੀਤੀ ਗਈ ਹੈ ਇਸ ਅੱਧੀ ਪੰਕਤੀ ਵਿੱਚ। ਭਾਵ ਕਿ ਹੇ ਵਾਹਿਗੁਰੂ, ਤੂੰ ਮੇਰੀਆਂ ਸਾਰੀਆਂ ਇੱਛਾਵਾਂ ਤੇ ਮਨੋਕਾਮਨਾ ਪੂਰੀਆਂ ਕਰਨ ਵਿੱਚ ਸਮਰੱਥ ਹੈ। ਤੇਰੇ ਹੱਥ ਵਿੱਚ ਤੇਰੇ ਵਿੱਚ ਇਹ ਬਹੁਤ ਵੱਡਾ ਗੁਣ ਹੈ, ਤੂੰ ਸਮਰੱਥ ਹੈ। ਫਿਰ ਦੂਸਰੀ ਪੰਕਤੀ ਦੇ ਵਿੱਚ ਲਿਖਿਆ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੁਣ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਤੀਸਰਾ ਆਸ਼ੀਰਵਾਦ ਮੰਗਲ ਵਰਣਨ ਕਰ ਦਿੱਤਾ। ਜਿਹੜਾ ਤੀਸਰਾ ਆਸ਼ੀਰਵਾਦ ਮੰਗਲ ਵੀ ਮਤਲਬ ਗੁਰੂ ਜੀ ਦੇ ਸਨਮੁਖ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨੀ। ਤੇ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਤੀਜਾ ਮੰਗਲ ਐਡ ਕਰ ਦਿੱਤਾ, ਲਿਖ ਦਿੱਤਾ, ਉਚਾਰਨ ਕਰ ਦਿੱਤਾ, ਜਿਸ ਦਾ ਭਾਵ ਹੈ ਕਿ ਹੇ ਵਾਹਿਗੁਰੂ, ਮੈਂ ਤੇਰੇ ਭਰੋਸੇ ਤੋਂ ਕਦੇ ਨਾ ਡੋਲਾਂ। ਡੋਲਣ ਤੇ ਰਾਖੋ ਪ੍ਰਭੂ, ਮੈਂ ਤੇਰੇ ਭਰੋਸੇ ਤੋਂ ਕਦੇ ਨਾ ਡੋਲਾਂ। ਮੇਰੀ ਸ਼ਰਧਾ ਹਮੇਸ਼ਾ ਤੇਰੇ ਵਿੱਚ ਬਣੀ ਰਹੇ। ਨਾਨਕ ਦੇ ਕਰ ਹੱਥ, ਮੈਨੂੰ ਆਪਣਾ ਹੱਥ ਦੇ ਕੇ ਅਤੇ ਬਚਾ ਕੇ ਰੱਖੋ। ਨਾਨਕ ਦੇ ਕਰ ਹੱਥ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਪੰਕਤੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 3 ਮੰਗਲ ਦਰਜ ਕਰ ਦਿੱਤੇ, ਜਿਹੜੇ ਕਿ ਭਾਰਤ ਵਰਸ਼ ਦੇ ਹਿੰਦੂ ਮਤ ਦੇ ਅਨੁਸਾਰ ਬਹੁਤ ਸ਼ਲੋਕਾਂ ਨੂੰ ਪੜ੍ਹ ਕੇ ਮੰਗਲ ਪੜ੍ਹੇ ਜਾਂਦੇ ਹਨ। ਨਮਸਕਾਰ ਮੰਗਲ, ਤਾਂ ਆਸ਼ੀਰਵਾਦ ਮੰਗਲ, ਇਸ ਤਰ੍ਹਾਂ ਸਾਰੇ ਮੰਗਲ ਜੋ ਵੀ ਹਨ, ਵਸਤੂ ਨਿਰਦੇਸ਼ ਮੰਗਲ। ਇਸ ਤਰ੍ਹਾਂ ਡੰਡੌਤ ਬੰਦਨ ਅਨਕ ਬਾਰ ਨਮਸਕਾਰ ਆਤਮਕ ਮੰਗਲ ਹੋ ਗਿਆ, ਜਿਸ ਵਿੱਚ ਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ ਮੰਗਲ ਹੋ ਗਿਆ, ਜਿਸ ਵਿੱਚ ਗੁਰੂ ਜੀ ਨੂੰ ਸਰਬ ਸ਼ਕਤੀਮਾਨ ਜਾਣ ਕੇ ਉਸ ਦੀ ਵਡਿਆਈ ਕੀਤੀ ਹੈ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਆਸ਼ੀਰਵਾਦ ਆਤਮਕ ਮੰਗਲ ਹੋ ਗਿਆ, ਜਿਸ ਵਿੱਚ ਨਾ ਡੋਲਣ ਦੀ ਬੇਨਤੀ ਅਤੇ ਹੱਥ ਦੇ ਕੇ ਰੱਖਿਆ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਕਰਕੇ ਗੁਰਬਾਣੀ ਦੀਆਂ ਇਹ ਪੰਕਤੀਆਂ ਹਰ ਥਾਂ ਉੱਤੇ ਤੇ ਹਰ ਵੇਲੇ ਪੜ੍ਹੀਆਂ ਜਾਂਦੀਆਂ ਹਨ, ਕਿਉਂਕਿ ਇਸ ਵਿੱਚ 3 ਮੰਗਲ ਹਨ ਅਤੇ ਇਹਨਾਂ ਦੋਵੇਂ ਪੰਕਤੀਆਂ ਨੂੰ ਇੱਕ ਵਾਰ ਪੜ੍ਹਨ ਨਾਲ 3 ਮੰਗਲ ਆਪਣੇ ਆਪ ਹੋ ਜਾਂਦੇ ਹਨ। ਇਹ ਪੰਕਤੀਆਂ ਤਕਰੀਬਨ ਹਰ ਸਿੱਖ ਨੂੰ ਪੜ੍ਹਨੀਆਂ ਆਉਂਦੀਆਂ ਹਨ ਅਤੇ ਯਾਦ ਹਨ। ਜੇ ਨਹੀਂ ਯਾਦ ਤਾਂ ਇਹਨਾਂ ਨੂੰ ਯਾਦ ਕਰਨ ਦਾ ਉਪਰਾਲਾ ਕਰਨਾ ਚਾਹੀਦਾ, ਕਿਉਂਕਿ ਇਹਨਾਂ ਪੰਕਤੀਆਂ ਦੇ ਵਿੱਚ 3 ਹੀ ਮੰਗਲ ਆ ਜਾਂਦੇ ਆ। ਸੋ ਹੁਣ ਇਸ ਤੋਂ ਅੱਗੇ ਆਪਾਂ ਭਗਤਾਂ ਦੀ ਬਾਣੀ ਦੇ ਹੁਕਮਨਾਮਾ ਸਾਹਿਬ ਲੈਣ ਦੇ ਮੰਗਲ ਗੁਰਮਤਿ ਅਨੁਸਾਰ ਸਰਵਣ ਕਰਦੇ ਹਾਂ। ਕਈ ਵਾਰ ਹੁਕਮਨਾਮਾ ਸਾਹਿਬ ਲੈਣ ਵੇਲੇ ਭਗਤਾਂ ਦੀ ਬਾਣੀ ਵਿੱਚੋਂ ਹੁਕਮਨਾਮਾ ਸਾਹਿਬ ਆ ਜਾਂਦਾ ਹੈ। ਭਗਤਾਂ ਵਿੱਚੋਂ ਜ਼ਿਆਦਾਤਰ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਦੇ ਨਾਮ ਦੇ ਹੁਕਮਨਾਮਾ ਸਾਹਿਬ ਆਉਂਦੇ ਹਨ। ਕਦੇ ਕਦੇ ਭਗਤ ਭੀਖਣ ਜੀ ਦਾ ਹੁਕਮਨਾਮਾ ਸਾਹਿਬ ਵੀ ਆ ਜਾਂਦਾ ਹੈ, ਜੋ ਰਾਗ ਸੋਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 659 ਉੱਤੇ ਸੁਭਾਈਮਾਨ ਹੈ। ਬਹੁਤ ਸਾਰੇ ਸਿੰਘ ਇਹ ਹੁਕਮਨਾਮਾ ਸਾਹਿਬ ਨਹੀਂ ਲੈਂਦੇ, ਪਰ ਮਰਜ਼ਾਦਾ ਵਾਲੇ ਸਿੰਘ ਇਹ ਹੁਕਮਨਾਮਾ ਸਾਹਿਬ ਜ਼ਰੂਰ ਲੈਂਦੇ ਹਨ। ਜਦੋਂ ਭਗਤਾਂ ਦੇ ਹੁਕਮਨਾਮਾ ਸਾਹਿਬ ਆਉਣ ਤਾਂ ਭਗਤਾਂ ਦੇ ਨਾਮ ਦੇ ਮੰਗਲ ਇਸ ਪ੍ਰਕਾਰ ਪੜ੍ਹਨੇ ਚਾਹੀਦੇ ਹਨ। ਜਿਵੇਂ ਸਭ ਤੋਂ ਪਹਿਲਾਂ ਆਪਾਂ ਕਬੀਰ ਜੀ ਦੀ ਗੱਲ ਕਰਦੇ ਹਾਂ। ਗੁਰੂ ਸਾਹਿਬ ਤੋਂ ਰੁਮਾਲਾ ਸਾਹਿਬ ਉਠਾਉਂਦੇ ਹੋਏ ਨਮਸਕਾਰ ਮੰਗਲ ਦੇ ਰੂਪ ਵਿੱਚ ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹਦੇ ਹੋਏ
ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਉੱਤੇ ਨਿਗਾਹ ਮਾਰਦੇ ਹੋਏ ਜਦੋਂ ਦੇਖੋ ਕਿ ਭਗਤ ਕਬੀਰ ਜੀ ਦਾ ਸ਼ਬਦ ਹੈ ਤਾਂ ਵਸਤੂ ਨਿਰਦੇਸ਼ ਮੰਗਲ ਦੇ ਰੂਪ ਦੇ ਵਿੱਚ ਇਹ ਮੰਗਲ ਪੜੋ। ਕਬੀਰ ਜੀ ਦੇ ਨਾਮ ਦਾ ਇਹ ਮੰਗਲ ਪੜੋ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਾਂ ਫਿਰ ਕਬੀਰ ਨਾ ਹਮ ਕੀਆ ਨਾ ਕरहेंगे ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇਹ ਦੋਵੇਂ ਸ਼ਲੋਕ ਕਬੀਰ ਜੀ ਦੇ ਹਨ। ਪਹਿਲਾ ਸ਼ਲੋਕ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਇਹ 55ਵਾਂ ਸ਼ਲੋਕ ਹੈ। ਦੂਜਾ ਸ਼ਲੋਕ ਕਬੀਰ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ, ਇਹ 62ਵਾਂ ਸ਼ਲੋਕ ਹੈ। ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚੋਂ ਕੋਈ ਵੀ ਸ਼ਲੋਕ ਪੜ੍ਹ ਕੇ ਭਗਤ ਕਬੀਰ ਜੀ ਦਾ ਮੰਗਲ ਕਰ ਸਕਦੇ ਹਾਂ ਅਸੀਂ। ਜੇ ਦੋਵੇਂ ਪੜ੍ਹਨੇ ਹੋਣ ਤਾਂ ਦੋਵੇਂ ਵੀ ਪੜ੍ਹ ਸਕਦੇ ਹਾਂ। ਇਸ ਤਰ੍ਹਾਂ ਭਗਤ ਕਬੀਰ ਜੀ ਦਾ ਮੰਗਲ ਕਰਕੇ ਫਿਰ ਉਸੇ ਤਰ੍ਹਾਂ ਸਾਰੀ ਸੰਗਤ ਨੇ ਮਿਲ ਕੇ ਆਸ਼ੀਰਵਾਦ ਮੰਗਲ ਪੜ੍ਹਨਾ। ਸੋ ਕਹੋ ਟਲ ਗੁਰ ਸੇਵੀਐ ਹੋਵੈ ਸਿਫਤ ਖਸਾਮੰਦੀ ਸੱਜਣ ਸੱਚਾ ਪਾਤਸ਼ਾਹ। ਉਹ 6 ਪੰਗਤੀਆਂ 2-3 ਸ਼ਬਦ ਹੈ ਇਹ ਸਵਈਆਂ ਦਾ। ਹੋਵੈ ਸਿਫਤ ਖਸਾਮੰਦੀ ਸੱਤੇ ਬਲਵੰਡ ਦੀ ਵਾਰ, ਸੱਜਣ ਸੱਚਾ ਪਾਤਸ਼ਾਹ ਵਾਰਾਂ ਤੇ ਵਧੀਕ ਪੰਜਵੇਂ ਪਾਤਸ਼ਾਹ ਜੀ ਦਾ। ਇਹ 6 ਪੰਗਤੀਆਂ, ਇਹ 3 ਮੰਗਲ ਆਸ਼ੀਰਵਾਦ ਮੰਗਲ ਸਾਰੀ ਸੰਗਤ ਨੇ ਮਿਲ ਕੇ ਪੜ੍ਹਨੇ ਹੁੰਦੇ ਆ ਗਾ ਕੇ। ਫਿਰ ਉਸ ਤੋਂ ਬਾਅਦ ਮਿੱਠੀ ਤੇ ਉੱਚੀ ਆਵਾਜ਼ ਦੇ ਵਿੱਚ ਸਾਰੀ ਸੰਗਤ ਨੂੰ ਸੁਣਾ ਕੇ ਹੁਕਮਨਾਮਾ ਸਾਹਿਬ ਪੜ੍ਹੋ, ਜਿਸ ਦੇ ਸਾਰੇ ਅੱਖਰ ਸਾਫ਼ ਸੰਗਤ ਨੂੰ ਸੁਣਾਈ ਦਿੰਦੇ ਹੋਣ ਅਤੇ ਸਮਝ ਵਿੱਚ ਆਉਂਦੇ ਹੋਣ। ਹੁਣ ਅੱਗੇ ਆਪਾਂ ਭਗਤ ਨਾਮਦੇਵ ਜੀ ਦੇ ਹੁਕਮਨਾਮਾ ਸਾਹਿਬ ਦੇ ਮੰਗਲ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਗੁਰੂ ਸਾਹਿਬ ਤੋਂ ਰੁਮਾਲਾ ਸਾਹਿਬ ਉਠਾਉਂਦੇ ਹੋਏ ਨਮਸਕਾਰ ਮੰਗਲ ਦੇ ਰੂਪ ਵਿੱਚ ਕੋਈ ਵੀ ਸ਼ਬਦ ਪੜੋ। ਮਤਲਬ 3 ਮੰਗਲ ਆਪਾਂ ਸਰਵਣ ਕੀਤੇ ਨਾ, ਨਮਸਕਾਰ ਮੰਗਲ, ਵਸਤੂ ਨਿਰਦੇਸ਼ ਮੰਗਲ, ਆਸ਼ੀਰਵਾਦ ਮੰਗਲ, 3 ਮੰਗਲ ਹਨ ਇਹ। ਸੋ ਜਿਹੜਾ ਆਪਾਂ ਰੁਮਾਲਾ ਸਾਹਿਬ ਉਠਾਉਣ ਵੇਲੇ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦਾ ਕੋਈ ਵੀ, ਉਹਨੂੰ ਨਮਸਕਾਰ ਮੰਗਲ ਕਹਾਂਗੇ ਆਪਾਂ। ਤੇ ਫਿਰ ਜਦੋਂ ਆਪਾਂ ਜਿਹੜੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੁੰਦਾ ਜਾਂ ਜਿਹੜੇ ਭਗਤ ਜੀ ਦਾ ਹੁਕਮਨਾਮਾ ਹੁੰਦਾ, ਉਹਨਾਂ ਦੇ ਨਾਮ ਦਾ ਜਿਹੜਾ ਮੰਗਲ ਕਰਦੇ ਆ, ਉਹਨਾਂ ਦੇ ਨਾਮ ਦਾ ਜਿਹੜਾ ਸ਼ਬਦ ਪੜ੍ਹਦੇ ਆ, ਉਹਨਾਂ ਦੀ ਵਡਿਆਈ ਦੇ ਵਿੱਚ, ਉਸ ਨੂੰ ਕਹਿੰਦੇ ਵਸਤੂ ਨਿਰਦੇਸ਼ ਮੰਗਲ। ਵਸਤੂ ਨਿਰਦੇਸ਼, ਵਸਤੂ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਸ਼ਬਦ ਦੇ ਵਿੱਚ, ਜਿਹੜੇ ਬੋਲਾਂ ਦੇ ਵਿੱਚ ਆਪਣੇ ਗੁਰੂ ਦੀਆਂ ਜਾਂ ਉਸ ਸ਼ਬਦ ਦੇ ਕਰਤਾ ਦੀ ਵਡਿਆਈ ਕੀਤੀ ਜਾਵੇ। ਵਸਤੂ ਮਤਲਬ ਉਸ ਦੀ ਲਾਈਫ ਬਾਰੇ, ਉਸ ਦੀ ਜਾਣਕਾਰੀ ਦਿੱਤੀ ਜਾਵੇ, ਉਸ ਬਾਰੇ, ਉਸ ਨੂੰ ਕਹਿੰਦੇ ਵਸਤੂ ਨਿਰਦੇਸ਼ ਮੰਗਲ। ਸੋ ਜਦੋਂ ਆਪਾਂ ਦੇਖੀਏ ਰੁਮਾਲਾ ਸਾਹਿਬ ਉਠਾਉਂਦੇ ਹੋਏ ਨਮਸਕਾਰ ਮੰਗਲ ਦੇ ਰੂਪ ਵਿੱਚ ਕੋਈ ਵੀ ਸ਼ਬਦ ਪੜ੍ਹਦੇ ਹੋਏ, ਤਾਂ ਦੇਖੋ ਕਿ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਜਦੋਂ ਅਸੀਂ ਦੇਖੀਏ ਤਾਂ ਫਿਰ ਉਹਨਾਂ ਦੇ ਨਾਮ ਦਾ ਵਸਤੂ ਨਿਰਦੇਸ਼ ਮੰਗਲ ਦੇ ਰੂਪ ਵਿੱਚ ਸ਼ਬਦ ਪੜ੍ਹੀਏ। ਆਪਾਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹੀਏ। ਕਿਹੜਾ? ਨਾਮਾ ਮਾਇਆ ਮੋਹਿਆ ਕਹੈ ਤਲੋਚਨ ਮੀਤ, ਕਾਹੇ ਛੀ ਪਹੁੰਚਾਈ ਲੈ ਰਾਮ ਨ ਲਾਭੋ ਚੀਤ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਦੋਵੇਂ ਸ਼ਲੋਕ ਪੜ੍ਹਨੇ ਹੁੰਦੇ ਆ, ਕਿਉਂਕਿ ਪਹਿਲੇ ਸ਼ਲੋਕ ਦੇ ਵਿੱਚ ਨਾਮਦੇਵ ਜੀ ਦਾ ਮਿੱਤਰ ਤਲੋਚਨ ਕਹਿੰਦਾ ਵੀ ਨਾਮ ਤਾਂ ਹਰ ਵੇਲੇ, ਨਾਮਾ ਤਾਂ ਹਰ ਵੇਲੇ ਕੰਮ 'ਚ ਹੀ ਲੱਗਿਆ ਰਹਿੰਦਾ। ਉਹ ਲੋਕ ਐਵੇਂ ਕਹੀ ਜਾਂਦੇ ਆ ਭਗਤ ਇਹ ਨਾਮ ਕਿਹੜੇ ਵੇਲੇ ਜਪਦਾ ਹੋਣਾ। ਤੇ ਨਾਮਦੇਵ ਜੀ ਨੇ ਕਿਹਾ ਵੀ ਇਹ ਮੇਰੇ ਮਿੱਤਰ ਤਲੋਚਨ, ਪਰਮਾਤਮਾ ਦਾ ਨਾਮ ਤਾਂ ਮੂੰਹ ਨਾਲ ਪੜ੍ਹਨਾ ਹੁੰਦਾ, ਸੁਣਨਾ ਹੁੰਦਾ, ਗਾਉਣਾ ਹੁੰਦਾ, ਤੇ ਹੱਥਾਂ ਪੈਰਾਂ ਨਾਲ ਕੰਮ ਕਰਨੇ ਹੁੰਦੇ ਆ। ਚਿੱਤ ਜਿਹੜਾ ਉਹ ਵਾਹਿਗੁਰੂ ਦੇ ਵਿੱਚ ਲੱਗਿਆ ਹੋਵੇ ਤਾਂ
ਮੁੱਖ ਦੇ ਵਿੱਚ ਰਾਮ ਰਾਮ ਜਪਦੇ ਰਹੋ, ਵਾਹਿਗੁਰੂ ਦਾ ਨਾਮ ਜਪਦੇ ਰਹੋ, ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੋ। ਇਸੇ ਕਰਕੇ ਸਾਡੀ ਗੁਰਮਤ ਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਪ੍ਰਧਾਨ ਸ਼ਬਦ ਹਨ। ਸੋ ਇਸ ਤਰ੍ਹਾਂ ਦੋਵੇਂ ਸ਼ਲੋਕਾਂ ਦਾ ਮੰਗਲ ਕਰਨਾ ਨਾਮਦੇਵ ਜੀ ਦੇ ਹੁਕਮ ਵੇਲੇ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਛਿਪੋ ਛਾਏ ਲੈ ਰਾਮ ਨਾ ਲਾਭੋ ਚੀਤ। ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਦੋਵੇਂ ਸ਼ਲੋਕ ਨਾਮਦੇਵ ਜੀ ਦੇ ਨਾਮ ਦਾ ਮੰਗਲ ਕਰਕੇ ਪੜ੍ਹ ਕੇ ਫਿਰ ਉਸੇ ਤਰ੍ਹਾਂ ਸਾਰੀ ਸੰਗਤ ਨੇ ਮਿਲ ਕੇ ਆਸ਼ੀਰਵਾਦ ਮੰਗਲ ਪੜ੍ਹਨਾ। ਸੋ ਕਹੋ ਟਲ ਗੁਰ ਸੇਵੀਆ ਅਹਨ ਸਹਿ ਸੁਭਾਏ, ਦੂਜਾ ਹੋਵੈ ਸਿਫਤ ਖਸਮ ਦੀ ਨੂਰਿਆ ਸੋਹ ਕੁਰ ਸੋਹ ਝਟੀਐ। ਤੀਜਾ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ। ਇਹ ਤਿੰਨੇ ਪੌੜੀਆਂ ਤਿੰਨੇ ਸ਼ਲੋਕ ਪੜ੍ਹ ਕੇ ਸਾਰੀ ਸੰਗਤ ਨੇ ਗਾਉਣੇ ਆ, ਮਿਲ ਕੇ ਗਾਉਣੇ ਆ, ਆਸ਼ੀਰਵਾਦ ਲੈਣਾ ਸਤਿਗੁਰੂ ਜੀ ਦੀ ਕੋਲੋਂ। ਗਾ ਗਾ ਕੇ ਹੱਥ ਜੋੜ ਕੇ ਗਾ ਕੇ ਪੜ੍ਹਨਾ। ਜਦੋਂ ਇਹ ਪੜ੍ਹੇ ਜਾਣ ਫਿਰ ਮਿੱਠੀ ਤੇ ਉੱਚੀ ਆਵਾਜ਼ ਦੇ ਵਿੱਚ ਗ੍ਰੰਥੀ ਸਿੰਘ ਸਾਰੀ ਸੰਗਤ ਨੂੰ ਸੁਣਾ ਕੇ ਹੁਕਮਨਾਮਾ ਸਾਹਿਬ ਪੜ੍ਹੇ, ਜਿਸ ਦੇ ਸਾਰੇ ਅੱਖਰ ਸਾਫ਼ ਸਾਫ਼ ਸਾਰੀ ਸੰਗਤ ਨੂੰ ਸੁਣਾਈ ਦਿੰਦੇ ਹੋਣ ਅਤੇ ਸਮਝ ਵੀ ਆਉਂਦੀ ਹੋਵੇ ਅੱਖਰਾਂ ਦੀ। ਕਾਲੀ ਕਾਲੀ ਨਹੀਂ ਪੜ੍ਹਨਾ। ਹੁਕਮਨਾਮਾ ਸਾਹਿਬ ਹੌਲੀ ਹੌਲੀ ਮਿੱਠੀ ਆਵਾਜ਼ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ ਹੁੰਦਾ ਅਤੇ ਸਲੋ ਸਲੋ ਪੜ੍ਹਨਾ ਹੁੰਦਾ। ਸਾਰੇ ਅੱਖਰ ਸਾਫ਼ ਸਾਫ਼ ਬੋਲਣੇ ਹੁੰਦੇ ਆ, ਕਿਉਂਕਿ ਹੁਕਮਨਾਮਾ ਸਾਹਿਬ ਹੀ ਸਾਰੇ ਕਾਰਜ ਦੀ ਪੂਰਤੀ ਦਾ ਰਿਜ਼ਲਟ ਜਾਂ ਹੁਕਮ ਜਾਂ ਸਿੱਟਾ ਹੁੰਦਾ। ਇੰਨਾ ਕੰਮ ਅਸੀਂ ਕਰਦੇ। ਦੇਖੋ 3 ਦਿਨ ਅਖੰਡ ਪਾਠ ਸਾਹਿਬ ਦਿਨ ਰਾਤ ਕਰਕੇ ਪੜ੍ਹਦੇ ਆ ਗ੍ਰੰਥੀ ਸਿੰਘ ਪਾਠੀ ਸਿੰਘ। ਘਰ ਵਾਲੇ 3 ਦਿਨ ਸੇਵਾ ਕਰਦੇ ਆ ਸੰਗਤਾਂ ਦੀ, ਪਾਠੀ ਸਿੰਘਾਂ ਦੀ। ਦਿਨ ਰਾਤ ਲੰਗਰ ਪਾਣੀ ਬਣਾਉਣ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ। ਜਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਕਿੰਨਾ 2 ਘੰਟੇ ਪਹਿਲਾਂ ਅਸੀਂ ਪਾਠ ਕੀਤਾ, ਜਾਂ ਸਹਿਜ ਪਾਠ 7 ਦਿਨ ਕੀਤਾ ਅਤੇ ਫਿਰ ਅਰਦਾਸ ਕੀਤੀ, ਲੰਗਰ ਪਾਣੀ ਸੰਗਤਾਂ ਵਾਸਤੇ ਬਣਾਇਆ। ਅਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਅਸੀਂ 1 ਮਿੰਟ 'ਚ ਹੀ ਦਵਾ ਦਵਾ ਪੜ੍ਹ ਦਿੰਦੇ ਹਾਂ, ਜਿਹੜਾ ਕਿ ਸਾਰੇ ਕਾਰੋਬਾਰ ਦਾ ਸਿੱਟਾ ਹੁੰਦਾ। ਇਸ ਹੁਕਮਨਾਮੇ ਦੇ ਵਿੱਚ ਸਤਿਗੁਰੂ ਜੀ ਨੇ ਹੁਕਮ ਕਰਨੇ ਹੁੰਦੇ ਆ, ਆਸ਼ੀਰਵਾਦ ਦੇਣੇ ਹੁੰਦੇ ਆ, ਉਹਨੂੰ ਅਸੀਂ ਦਵਾ ਦਵਾ ਪੜ੍ਹ ਕੇ ਕੰਮ ਨਿਬੇੜ ਦਿੰਦੇ ਹਾਂ ਜਲਦੀ ਜਲਦੀ। ਤਾਂ ਨਹੀਂ, ਇਹ ਸਾਰੇ 2 ਘੰਟਿਆਂ ਦੇ ਜਾਂ 7 ਦਿਨਾਂ ਦੇ ਜਾਂ 3 ਦਿਨਾਂ ਦੀ ਸੇਵਾ ਦਾ ਫਲ ਮਹਾਤਮ ਦਾ ਫਲ ਬਰਦਾਰ ਹੁੰਦਾ, ਸਿੱਟਾ ਹੁੰਦਾ, ਨਤੀਜਾ ਹੁੰਦਾ ਕਿ ਗੁਰੂ ਜੀ ਸਾਡੀ ਸੇਵਾ 'ਤੇ ਖੁਸ਼ ਹਨ, ਸਾਨੂੰ ਕੀ ਬਖਸ਼ ਰਹੇ ਹਨ, ਸਾਨੂੰ ਕੀ ਵਚਨ ਕਰ ਰਹੇ ਹਨ ਸਾਡੀ ਸੇਵਾ ਦੇ ਬਦਲੇ 'ਚ। ਜਾਂ ਸਤਿਗੁਰੂ ਜੀ ਪ੍ਰਸੰਨ ਹਨ ਜਾਂ ਉਹਨਾਂ ਦੀ ਕੋਈ ਨਾਰਾਜ਼ਗੀ ਹੈ ਸਾਡੇ 'ਤੇ, ਪਰ ਉਸਨੂੰ ਅਸੀਂ ਨਾ ਹੀ ਅਸੀਂ ਧਿਆਨ ਨਾਲ ਸੁਣਦੇ ਹਾਂ। ਅਰਦਾਸ ਹੁੰਦੀ ਜਾਂਦੀ ਹੈ, ਹੁਕਮਨਾਮੇ ਵੇਲੇ ਸਾਰੇ ਕੁਰ ਕਰਨ ਲੱਗ ਜਾਂਦੇ, ਇੱਕ ਦੂਜੇ ਦੇ ਕੰਨਾਂ 'ਚ ਗੱਲਾਂ ਕਰਨ ਲੱਗ ਜਾਂਦੇ। ਹੁਕਮਨਾਮੇ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਇਕੱਲੇ ਗ੍ਰੰਥੀ ਦਾ ਕਸੂਰ ਨਹੀਂ ਵੀ ਗ੍ਰੰਥੀ ਦਵਾ ਦਵਾ ਪੜ੍ਹ ਦਿੰਦਾ, ਨਹੀਂ ਨਹੀਂ, ਸਾਡਾ ਵੀ ਕਸੂਰ ਹੈ ਕਿ ਅਸੀਂ ਸੁਣਦੇ ਹੀ ਨਹੀਂ ਆ। ਸੋ ਹੁਕਮਨਾਮਾ ਸਾਹਿਬ ਬੜੀ ਮਿੱਠੀ ਅਤੇ ਉੱਚੀ ਆਵਾਜ਼ ਵਿੱਚ ਪੜ੍ਹਨਾ ਚਾਹੀਦਾ, ਸਾਰਿਆਂ ਨੂੰ ਸੁਣਨਾ ਚਾਹੀਦਾ, ਸਾਰਿਆਂ ਨੂੰ ਸੁਣਾ ਕੇ ਪੜ੍ਹਨਾ ਚਾਹੀਦਾ। ਸਾਰੇ ਅੱਖਰ ਸਾਫ਼ ਸਾਫ਼ ਬੋਲਣੇ ਹੁੰਦੇ ਆ। ਸੋ ਅਗਲਾ ਮੰਗਲ ਹੈ ਭਗਤ ਰਵਿਦਾਸ ਜੀ ਦੇ ਹੁਕਮਨਾਮਾ ਸਾਹਿਬ ਜੀ ਦਾ। ਜਦੋਂ ਗੁਰੂ ਸਾਹਿਬ ਤੋਂ ਰੁਮਾਲਾ ਸਾਹਿਬ ਉਠਾਉਂਦੇ ਹੋਏ ਅਤੇ ਨਮਸਕਾਰ ਮੰਗਲ ਦੇ ਰੂਪ ਵਿੱਚ ਕੋਈ ਵੀ ਸ਼ਬਦ ਪੜ੍ਹਦੇ ਹੋਏ ਦੇਖੋ ਕਿ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਤਾਂ ਵਸਤੂ ਨਿਰਦੇਸ਼ ਮੰਗਲ ਦੇ ਰੂਪ ਦੇ ਵਿੱਚ ਇਹ ਸ਼ਬਦ ਪੜ੍ਹੋ। ਮਤਲਬ ਭਗਤ ਰਵਿਦਾਸ ਜੀ ਦੀ ਵਡਿਆਈ ਦੇ ਵਿੱਚ ਉਹਨਾਂ ਦੇ ਗੁਣਾਂ ਦਾ ਵਰਣਨ ਕਰਦੇ ਹੋਏ, ਉਹਨਾਂ ਦੇ ਨਾਮ ਦਾ ਮੰਗਲ ਕਰਦੇ ਹੋਏ ਇਹ ਸ਼ਬਦ ਪੜ੍ਹੋ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮਚੰਦ ਕਹੇ ਰਵਿਦਾਸ ਚਮਾਰਾ। ਜਾਂ ਫਿਰ ਇਹ ਪੜ੍ਹ ਲਓ, ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇਹ 2 ਮੰਗਲ ਹਨ। ਜੇ ਟਾਈਮ ਹੈਗਾ ਖੁੱਲ੍ਹਾ ਤਾਂ ਦੋਵੇਂ ਪੜ੍ਹ ਲਓ, ਨਹੀਂ ਦੋਨਾਂ ਦੇ ਵਿੱਚੋਂ ਇੱਕ ਪੜ੍ਹ ਲਓ, ਕੋਈ ਵੀ ਪੜ੍ਹ ਲਓ। ਸੋ ਇਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਨਾਮ ਦਾ ਮੰਗਲ ਪੜ੍ਹਦੇ ਹੋਏ
फिर सारी संगत मिल के आशीर्वाद मंगल पढ़ो गा के। सो कहो टल गुर सेविया अहनस सहज सुभाय, दर्शन परसिय गुरु कै जन्म मरण दुख जाय। होवै सिफत खसामंदी नूर अरसों कुरसों छटिया, तो डिठे सच्चे पातशाह मल जन्म जन्म दी कट्टिया। सज्जन सच्चा पातशाहो सिर सांदे साहो, जिस पास बैठिया सोईया सबना दा वेसाहो। इस तरह सारी संगत ने मिल के हथ जोड़ के गाउणा है। शब्द गाउणे हैं सारे तिन्ने शब्द। फिर उस तो बाद ग्रंथी सिंह मिठी ते उच्ची आवाज़ दे विच सारी संगत नूं सुना के हुक्मनामा साहब पढ़े, जिस दे सारे अखर साफ साफ सारी संगत नूं सुनाई दिंदे होण अते समझ भी आउंदी होवे। सो हुण इस तो अगे भगत भीखण जी दे हुक्मनामा साहब दा मंगल आपां सरवण करदे हां। गुरु साहिब तो रुमाला साहिब उठाउंदे होए अते नमस्कार मंगल दे रूप विच गुरबाणी दा कोई भी शब्द पढ़दे होए जदों देखो कि भगत भीखण जी दा हुक्मनामा साहिब शब्द आया है, ਤਾਂ ਵਸਤੂ ਨਿਰਦੇਸ਼ ਮੰਗਲ ਦੇ ਰੂਪ ਵਿੱਚ, ਯਾਨੀ ਕਿ ਭਗਤ ਭੀਖਣ ਜੀ ਦੀ ਵਡਿਆਈ ਦੇ ਵਿੱਚ ਇਹ ਮੰਗਲ ਪੜੋ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹਿ ਜਨ ਭੀਖਣ, ਪਾਵੋ ਮੋਖ ਦੁਆਰਾ। ਜਾਂ ਫਿਰ ਰਸਨਾ ਰਾਮਤ ਸੁਣਤ ਸੁਖ ਸਰਵਣਾ, चित चेते सुख होई। कहो भीखण दोए नैन संतोखे, जह देखा तह सोई। ये दो पंक्तियां दोवां दे विचों कोई भी मंगल पढ़ सकते हैं आपां, पहला वाला दूजे वाला। हुण इत्थे नोट करने वाली गल ये है कि जे शब्द दा हुक्मनामा लेना होवे, जो जे पहले शब्द का हुक्मनामा लेना होवे, दो शब्द आद वाले पासे थल्ले वाले पासे आद वाले अंत वाले अंग ते है, ते ये दोवें शब्द इकट्ठे ही है। जे असी पहले शब्द का हुक्मनामा साहब लेना होवे तां दूजे शब्द दियां अखीरलियां पंक्तियां दा मंगल पढ़ लो, जां फिर दूजे शब्द का हुक्मनामा साहब लेना होवे तां पहले शब्द दियां अखीरलियां पंक्तियां दा मंगल करना चाहिए, क्योंकि गुरु ग्रंथ साहब जी विच भगत भीखण जी दे दो ही शब्द हैं। भगत भीखण जी दे दो ही शब्द हैं। सो इन्हां दे मंगल आपां हमेशा उस पंक्तियां दा उन्हां पंक्तियां दा मंगल कीता जांदा है जिहड़ियां पंक्तियां दे विच शब्द दे हुक्मनामा दे करता दा नाम होवे, उन्हां पंक्तियां दा मंगल कीता जांदा। इस तरह इन्हां दोवां चारे पंक्तियां दे विचों दोवां मंगलां दे विचों कोई भी दो पंक्तियां पढ़ के फिर सारी संगत ने मिल के आशीर्वाद मंगल पढ़ना। सो कहो टल गुर सेविया अहनिस सुभाई, होवै सिफत खसामदी नूर अरसों कुरसों छटिया। फिर सज्जन सच्चा पातशाहो सिर सांदे साहो। इस तरह दे नाल फिर ग्रंथी सिंह मिठी ते उच्ची आवाज़ विच सारी संगत नूं सुना के हुक्मनामा साहब पढ़े, जिस दे सारे अखर साफ साफ दिखाई सुनाई दिंदे होण ते सारी संगत बड़ी प्रेम दे नाल सुने। हुण आपां एक सौखा जिहा एक होर मंगल की जानकारी प्राप्त करते हैं भी, जिवें भगत कबीर जी दे स्पैशल सलोक नहीं याद आउंदे मौके ते, नामदेव जी का कोई शब्द मौके ते नहीं याद आउंदा उन्हां दा मंगल करन वास्ते, रविदास जी का कोई शब्द मंगल नहीं याद आउंदा उन्हां दा मंगल करन वास्ते। सो फिर की करना है,
ਵੀ ਸਾਰੇ ਭਗਤਾਂ ਦਾ ਸਾਂਝਾ ਮੰਗਲ ਕਰ ਲਓ। ਗੁਰਬਾਣੀ ਦੇ ਵਿੱਚ ਇਹੋ ਜਿਹੇ ਸ਼ਬਦ ਵੀ ਕਈ ਹੈਗੇ ਆ ਕਿ ਜਿਨ੍ਹਾਂ ਪੰਕਤੀਆਂ ਵਿੱਚ ਸਾਰੇ ਭਗਤਾਂ ਦਾ ਕਈ ਭਗਤਾਂ ਦਾ ਇਕੱਠਾ ਹੀ ਨਾਮ ਆ ਜਾਂਦਾ। ਸੋ ਉਹ ਮੰਗਲ ਪੜ੍ਹ ਲਓ ਤਾਂ ਸਾਰੇ ਭਗਤਾਂ ਦੇ ਮੰਗਲ ਹੋ ਜਾਂਦੇ। ਫਿਰ ਉਹ ਸਾਨੂੰ ਥੋੜ੍ਹਾ ਜਿਹਾ ਔਖਾ ਨਹੀਂ ਲੱਗਦਾ ਗਾ ਵੀ ਉਹ ਯਾਦ ਕਰਨੇ। ਕਬੀਰ ਜੀ ਦੀਆਂ ਪੰਕਤੀਆਂ, ਨਾਮਦੇਵ ਜੀ ਦੀਆਂ ਪੰਕਤੀਆਂ, ਰਵਿਦਾਸ ਜੀ ਦੀਆਂ ਪੰਕਤੀਆਂ ਜੇ ਯਾਦ ਹੋਵੇ ਤਾਂ ਬਹੁਤ ਚੰਗੀ ਗੱਲ ਆ, ਉਦਮ ਵਾਲੀ ਗੱਲ ਹੈਗੀ ਆ। ਗੁਰਬਾਣੀ ਯਾਦ ਕਰਨੀ ਚਾਹੀਦੀ ਵੱਧ ਤੋਂ ਵੱਧ, ਕਿਉਂਕਿ ਪੜ੍ਹੀ ਹੋਈ ਬਾਣੀ ਹੀ ਬੰਦੇ ਦੇ ਕੰਮ ਆਉਣੀ ਹੈ ਜੋ ਯਾਦ ਕੀਤੀ ਹੋਈ ਹੈ। ਜਿਵੇਂ ਸਿਆਣੇ ਕਹਿੰਦੇ ਆ ਨਾ, ਤੇ ਬਾਣੀ ਕੰਠ ਪੈਸਾ ਗੰਠ। ਬਾਣੀ ਜਿਹੜੀ ਕੰਠ ਹੈ ਉਹੀ ਆਪਦੀ ਉਹੀ ਕੰਮ ਆਉਣੀ ਹੈ, ਪੈਸਾ ਉਹੀ ਜਿਹੜਾ ਜੇਬ ਦੇ ਵਿੱਚ ਹੈ, ਬਾਣੀ ਉਹੀ ਜਿਹੜੀ ਤੁਹਾਨੂੰ ਯਾਦ ਹੈ, ਉਹੀ ਤੁਹਾਡੇ ਵੇਲੇ ਕਵੇਲੇ ਲੋੜ ਵੇਲੇ ਕੰਮ ਆਉਣੀ ਹੈ। ਸੋ ਇਸ ਤਰ੍ਹਾਂ ਬਾਣੀ ਜਿੰਨੀ ਵੀ ਯਾਦ ਕੀਤੀ ਜਾਵੇ, ਕਬੀਰ ਭਗਤਾਂ ਦੇ ਮੰਗਲ ਯਾਦ ਕੀਤੇ ਜਾਣ, ਚੰਗੀ ਗੱਲ ਆ। ਅਗਰ ਜੇ ਨਹੀਂ ਯਾਦ ਤਾਂ ਫਿਰ ਆਹ 2 ਪੰਕਤੀਆਂ ਯਾਦ ਕਰ ਲਓ, ਸਾਰੇ ਭਗਤਾਂ ਦਾ ਮੰਗਲ ਹੋ ਜਾ ਕਰਨਾ ਇਹਨਾਂ ਨਾਲ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ 835 ਅੰਗ ਤੇ ਸ਼ਬਦ ਆਉਂਦਾ, ਨਾਮਾ ਜੈ ਦਿਓ ਕਬੀਰ ਤਲੋਚਨ, ਓ ਜਾਤ ਰਵਿਦਾਸ ਚਮਾਰ ਚਮਈਆ, ਜੋ ਜੋ ਮਿਲੈ ਸਾਧੂ ਜਨ ਸੰਗਤ, ਤਨ ਧੰਨਾ ਜੱਟ ਸੈਨ ਮਿਲ ਹਰ ਦਈਆ। ਇਹ ਸ਼ਲੋਕ ਪੜ੍ਹ ਲਓ, 2 ਪੰਕਤੀਆਂ ਯਾਦ ਕਰ ਲਓ, ਸਾਰੇ ਭਗਤਾਂ ਦਾ ਮੰਗਲ ਹੋ ਜਾਂਦਾ ਹੈ। ਬਸ ਫਿਰ ਕਿਸੇ ਵੀ ਭਗਤ ਦਾ ਹੁਕਮਨਾਮਾ ਲੈ ਲਓ ਤੁਸੀਂ ਇਹ 2 ਪੰਕਤੀਆਂ ਪੜ੍ਹ ਕੇ। ਜਾਂ ਸਵਈਆਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਸਵਈਆਂ ਦੇ ਵਿੱਚ ਕਈ ਭਗਤਾਂ ਦੇ ਇਕੱਠੇ ਨਾਮ ਆਉਂਦੇ 3-4 ਥਾਂ 'ਤੇ, ਉਹਨਾਂ ਦੇ ਵਿੱਚੋਂ ਕੋਈ ਵੀ ਪੰਕਤੀਆਂ ਤੁਸੀਂ 2 ਯਾਦ ਕਰ ਲਓ ਉਹਨਾਂ ਦੇ ਨਾਮ ਦੀਆਂ। ਸੋ ਇਸ ਤਰ੍ਹਾਂ ਜੇ ਸਾਰੇ ਭਗਤਾਂ ਦਾ ਇਕੱਠਾ ਹੀ ਮੰਗਲ ਕਰਨਾ ਹੋਵੇ 2 ਪੰਕਤੀਆਂ ਵਿੱਚ ਹੀ ਹੋ ਜਾਂਦਾ। ਫਿਰ ਨਾਮਾ ਜੈ ਦਿਓ ਕਬੀਰ ਤਲੋਚਨ, ਓ ਜਾਤ ਰਵਿਦਾਸ ਚਮਿਆਰ ਚਮਈਆ, ਜੋ ਜੋ ਮਿਲੈ ਸਾਧੂ ਜਨ ਸੰਗਤ, ਧਨ ਧੰਨਾ ਜੱਟ ਸੈਨ ਮਿਲ ਹਰ ਦਈਆ। ਇਸ ਤਰ੍ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਇਸ ਪਾਠ ਦੇ ਵਿੱਚ ਭਗਤਾਂ ਦੀ ਬਾਣੀ ਦੇ ਹੁਕਮਨਾਮਾ ਸਾਹਿਬ ਦੇ ਮੰਗਲਾਚਾਰ ਸਰਵਣ ਕੀਤੇ ਹਨ। ਸੋ ਅੱਗੇ ਆਪਾਂ ਇੱਕ ਪਾਠ ਹੋਰ ਆਪ ਸਿੱਖ ਸੰਗਤਾਂ ਦੇ ਸਾਹਮਣੇ ਰੱਖਾਂਗੇ, ਸਰਵਣ ਕਰਾਵਾਂਗੇ। ਉਸ ਦੇ ਵਿੱਚ 10 ਗੁਰੂ ਸਾਹਿਬਾਨ ਦੇ ਮੰਗਲ ਹੋਣਗੇ। ਜਿਵੇਂ ਉਹਨਾਂ ਦੇ ਜਨਮ ਦਿਨ 'ਤੇ ਜਾਂ ਉਹਨਾਂ ਦੇ 10 ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਦੇ ਦਿਨ 'ਤੇ ਕਥਾ ਕਰਦੇ ਹਾਂ ਅਸੀਂ, ਜਾਂ ਹੁਕਮਨਾਮੇ ਲੈਂਦੇ ਹਾਂ, ਜਾਂ ਕਥਾ ਕਰਦੇ ਹਾਂ ਅਸੀਂ, ਉਹਨਾਂ ਦੇ ਦਿਨ ਮਨਾਉਂਦੇ, ਸ਼ਹੀਦੀ ਦਿਨ, ਜੋਤੀ ਜੋਤ ਦਿਨ, ਜਨਮ ਦਿਨ ਮਨਾਉਂਦੇ ਆ, ਉਹਨਾਂ ਦੇ ਨਾਮਾਂ ਦੇ ਮੰਗਲਚਾਰ। ਸੋ ਉਹਨਾਂ ਦੇ ਨਾਮਾਂ ਦੇ ਮੰਗਲ ਆਪਾਂ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।